ਬਹੁਤ ਬਹੁਤ ਮੁਬਾਰਕਾਂ ਯੁਵਰਾਜ ਭਾਈ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ। ਵਰਲਡ ਸੇਫਟੀ ਟੂਰਨਾਮੈਂਟ ਤੁਸੀਂ ਵੀ ਦੇਖਿਆ ਹੋਗਾ ਤੇ ਇੰਡੀਆ ਨੇ ਪਹਿਲਾਂ ਉਹ ਜਿੱਤਿਆ ਹੈ ਜੀ। ਉਹ ਤਾਂ ਹਮੇਸ਼ਾ ਹੀ ਚੰਗਾ ਖੇਡਦਾ ਰਿਹਾ ਹੈ, ਪਰ ਇਹ ਆਪਾਂ ਨੂੰ ਪਤਾ ਹੀ ਆ ਸਿਲੈਕਟਰ ਜਿਹੜੇ ਕਰਦੇ ਰਹੇ ਆ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਜੱਟ ਨੇ ਦਿਖਾਇਆ ਤਾਂ ਸਹੀ ਇੱਕ ਵਾਰੀ ਵੀ ਤਾਣੇ ਕਿਹੜੇ ਭਾਅ ਵਿਕਦੇ ਆ। ਦੇਖੋ ਸਵਾਦ ਮਗਾ ਏਡੇ ਏਡੇ ਲੰਬੇ ਛੱਕੇ ਤਾਂ ਸਾਲੇ ਤੁਸੀਂ ਜ਼ਿੰਦਗੀ ਜਵਾਨੀ 'ਚ ਨਹੀਂ ਮਾਰੇ ਹੋਣੇ, ਜਿਹੜੇ ਉਹ ਮਾਰ ਗਿਆ। ਯੂਵੀ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਹੁਣ ਨਵਾਂ, ਕਹਿੰਦਾ ਮੇਰਾ ਕਾਰਨ ਇੱਕੋ ਹੀ ਹੈ ਸਕਸੈਸ ਦਾ ਕਿ ਮੇਰਾ ਪਿਓ ਯੋਗਰਾਜ ਸਿੰਘ ਸੀ, ਤੇ ਜਿਹੜੇ ਦੂਜੇ ਬੰਦੇ ਮੇਰੇ ਨਾਲ ਦੇ ਇੰਨੇ ਚੰਗੇ ਸੀ ਉਹ ਨਹੀਂ ਖੇਡ ਸਕੇ, ਤਾਂ ਫਰਕ ਇਹ ਸੀ ਵੀ ਉਹਨਾਂ ਦਾ ਪਿਓ ਯੋਗਰਾਜ ਸਿੰਘ ਨਹੀਂ ਸੀ। ਪਰ ਜਦ ਤੱਕ ਮੈਂ ਵਿਕਿਆ ਨਹੀਂ ਸੀ ਤਦ ਤੱਕ ਮੈਨੂੰ ਕੋਈ ਨਹੀਂ ਸੀ ਪੁੱਛਦਾ ਤੂੰ ਖਰੀਦ ਕੇ ਮੈਨੂੰ ਹੀਰਾ ਬਣਾਤਾ। ਦੇਖੋ ਕੱਲ ਨੂੰ ਇਹ ਨਾ ਕਹੋ ਜੀ ਆਹ ਹੋ ਗਿਆ ਉਹ ਹੋ ਗਿਆ, ਇੱਥੇ ਬਹੁਤ ਕੁਝ ਹੋਣਾ। ਤੇ ਜਾਂ ਤਾਂ ਤੁਸੀਂ ਕਹਿ ਦਿਓ ਵੀ ਤੂੰ ਸਾਡਾ ਪਿਓ ਨਹੀਂ, ਅਸੀਂ ਤੇਰੇ ਪੁੱਤਰ ਨਹੀਂ, ਅਸੀਂ ਤੇਰੀ ਪਰਿਵਾਰ ਨਹੀਂ, ਤੂੰ ਜਾ ਅੱਡ ਹੋ ਜਾ, ਮੈਨੂੰ ਐਫੀਡੇਵਿਟ ਲਿਖ ਕੇ ਦੇ ਦਿਓ, ਮੈਂ ਆਪਣੀ ਗੱਠੜੀ ਚੱਕ ਕੇ ਗੁਰੂ ਘਰ ਚਲਾ ਜਾਊਂਗਾ। ਇੱਕ ਇਤਿਹਾਸ ਤੇ ਇੱਕ ਯੂਥ ਜਦ ਇਹਨੂੰ ਨਾ ਸੰਭਾਲ ਕੇ ਰੱਖੋ ਦੋ ਚੀਜ਼ਾਂ ਨੂੰ, ਤਾਂ ਉਹ ਕੌਮਾਂ ਤੇ ਉਹ ਦੇਸ਼ ਤੇ ਉਹ ਨਸਲਾਂ ਗਰਕ ਹੋ ਜਾਇਆ ਕਰਦੀਆਂ ਨੇ। 'ਚ ਕੋਈ ਸ਼ੱਕ ਨਹੀਂ ਜੋ ਤੁਸੀਂ ਗੱਲ ਕਹੀ। ਤੁਹਾਡਾ ਕੀ ਖਿਆਲ ਹੈ ਵੀ ਅੰਦੋਲਨ ਜਥੇਬੰਦੀਆਂ ਚਲਾਉਂਦੀਆਂ ਫਿਰਦੀਆਂ? ਇਹ ਤਾਂ ਤੁਸੀਂ ਗਏ ਹੋ ਸ਼ੰਭੂ ਬਾਰਡਰ, ਇਹ ਤਾਂ ਪਿੱਛੇ ਮੁੜਨ ਨੂੰ ਤਿਆਰ ਸੀ, ਭੱਜਣ ਨੂੰ ਤਿਆਰ ਸੀ। ਇਹ ਤਾਂ ਜਵਾਨੀ ਸੀ ਮੁੰਡਿਆਂ ਦੀ। ਜਿਸ ਮੁੰਡੇ ਜਾਗੇ ਕਣਕਵਾਲ ਦੇ ਵਿੱਚ ਮੈਂ ਰੈਲੀ ਕੀਤੀ, 70,000 ਬੰਦਾ ਸੀ, 50,000 ਯੂਥ। ਅੱਜ ਯੂਥ ਨੂੰ ਮੈਂ ਲੈ ਕੇ ਆਊਂਗਾ ਪੋਲੀਟਿਕਸ। ਬੜੇ ਟੈਲੀਫੋਨ ਲੱਖਾਂ ਮੇਰੇ ਕੋਲ ਆ ਰਹੇ ਆ, ਮੁੰਡੇ ਆ ਰਹੇ ਆ। ਮੈਂ ਚਾਹੁੰਦਾ ਮੈਂ ਰੜਕਾਂ, ਕਿਉਂਕਿ ਜਿਹੜਾ ਝੂਠਾ ਹੋਊਗਾ ਉਹਦੇ ਹੀ ਘਰ ਮੈਂ ਲੜਕੂਗਾ। ਮੈਂ ਸਿਧਾਣੇ ਦੀ ਗੱਲ ਸ਼ੁਰੂ ਕੀਤੀ, ਮੈਂ ਲੱਖੇ ਬਾਰੇ ਕੀ ਮਾੜਾ ਕਹਿਤਾ? ਉਸ ਮੁੰਡੇ ਨੇ ਇੰਨਾ ਕੁਛ ਕੀਤਾ, ਇੰਨਾ ਉਹਨੇ ਜਾ ਕੇ ਤੇ ਸ਼ੰਭੂ ਬਾਰਡਰ ਬੋਲ ਕੇ ਦਿੱਲੀ ਬਾਰਡਰ ਲੈ ਕੇ, ਉਹਦਾ ਕੀ ਕਸੂਰ ਹੈ? ਮੈਂ ਤਾਂ ਲਿਆ ਕੇ ਲੀਡਰ ਬਣਾਉਂਗਾ। ਮੈਂ ਤਾਂ ਜਿਹੜੇ ਮੁੰਡੇ ਆ ਘੁੱਗੀ ਵਰਗੇ, ਆਪਣੇ ਕਰਵਰ ਗਰੇਵਾਲ ਵਰਗੇ, ਆਪਣੇ ਬੱਬੂ ਮਾਨ ਵਰਗੇ ਹੈ ਜੀ, ਇਹ ਲੈ ਕੇ ਆਉਣੇ ਨੇ। ਇਹਨਾਂ ਨੂੰ ਇਲੈਕਸ਼ਨਾਂ ਲੜਾ ਕੇ ਇਹਨਾਂ ਨੂੰ ਲੀਡਰ ਬਣਾਉਣਾ ਹੈ। ਮੈਂ ਜਥੇਬੰਦੀਆਂ ਨੂੰ ਵੀ ਕਹਿਣਾ, ਯੋਗਰਾਜ ਸਿੰਘ ਤੁਹਾਨੂੰ ਭੈੜਾ ਲੱਗਦਾ ਹੈ, ਮੈਨੂੰ ਮਰਵਾ ਦਿਓ। ਜੇ ਮੈਂ ਜਿਉਂਦਾ ਰਿਹਾ ਤੇ ਫਿਰ ਤੁਹਾਨੂੰ ਇਹ ਦੱਸ ਦੇਣਾ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਆਪਣੀ ਜੜ ਆਪ ਹੀ ਪੱਟੇ। ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿ ਰਹੀ ਹੈ। ਪਿਓ ਸੀਐਮ, ਪੁੱਤਰ ਸੀਐਮ, ਨੂੰ ਸੀਐਮ, ਪੋਤਰਾ ਸੀਐਮ, ਫਲਾਨਾ ਮੰਤਰੀ ਧਮਕਾ ਸਾਰਾ ਠੇਕਾ ਲਿਆ ਤੁਸੀਂ। 2 ਵਾਰੀ ਇਲੈਕਸ਼ਨ ਲੜਾਓ, ਪੈਕਅਪ ਉਹ ਖਾਨਦਾਨ ਦਾ ਕੋਈ ਬੰਦਾ ਜਿੱਦਾਂ ਅਮਰੀਕਾ 'ਚ ਨਹੀਂ ਲੜ ਸਕਦਾ। ਠੀਕ ਹੈ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ PB 37 ਮੀਡੀਆ ਤੇ ਸਾਡੇ ਚੈਨਲ ਦੇ ਸੁਭਾਗ ਬਹੁਤ ਵੱਡੇ ਅੱਜ, ਕਿਉਂਕਿ ਸਾਡੇ ਕੋਲ ਆਇਆ ਜੀ ਯੋਗਰਾਜ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ। ਬਹੁਤ ਬਹੁਤ ਸਵਾਗਤ ਹੈ ਜੀ ਯੋਗਰਾਜ ਸਰ ਤੁਹਾਡਾ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਰ ਬਹੁਤ ਬਹੁਤ ਮੁਬਾਰਕਾਂ, ਯੁਵਰਾਜ ਭਾਈ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ। ਵਰਲਡ ਸੇਫਟੀ ਟੂਰਨਾਮੈਂਟ ਤੁਸੀਂ ਵੀ ਦੇਖਿਆ ਹੋਗਾ ਤੇ ਇੰਡੀਆ ਨੇ ਪਹਿਲਾਂ ਉਹ ਜਿੱਤਿਆ ਹੈ ਜੀ। ਉਹ ਤਾਂ ਹਮੇਸ਼ਾ ਹੀ ਚੰਗਾ ਖੇਡਦਾ ਰਿਹਾ ਹੈ, ਪਰ ਇਹ ਆਪਾਂ ਨੂੰ ਪਤਾ ਹੀ ਆ ਸਿਲੈਕਟਰ ਜਿਹੜੇ ਕਰਦੇ ਰਹੇ ਆ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਜੱਟ ਨੇ ਦਿਖਾਇਆ ਤਾਂ ਸਹੀ ਇੱਕ ਵਾਰੀ ਵੀ ਤਾਣੇ ਕਿਹੜੇ ਭਾਅ ਵਿਕਦੇ ਆ। ਦੇਖੋ ਸਵਾਦ ਮਗਾ ਏਡੇ ਏਡੇ ਲੰਬੇ ਛੱਕੇ ਤਾਂ ਸਾਲੇ ਤੁਸੀਂ ਜ਼ਿੰਦਗੀ ਜਵਾਨੀ 'ਚ ਨਹੀਂ ਮਾਰੇ ਹੋਣੇ, ਜਿਹੜੇ ਉਹ ਮਾਰ ਗਿਆ। ਪਰ ਬਹੁਤ ਸੋਹਣਾ ਲੱਗਿਆ। ਕਈਆਂ ਦੇ ਮੂੰਹ ਜਿਹੜੇ ਥੱਲੇ ਡਿੱਗੇ ਆ, ਕਈਆਂ ਦੇ ਚਪੇੜਾਂ ਵੀ ਵੱਜੀਆਂ, ਪਰ ਚਲੋ ਕੋਈ ਗੱਲ ਨਹੀਂ। ਇਹਨਾਂ ਨੇ ਉਹਦਾ ਕੈਰੀਅਰ ਸ਼ਾਰਟਕੱਟ ਕੀਤਾ ਹੈ। ਮਹਾਰਾਜ ਇਹਨਾਂ ਨਾਲ ਵੀ ਹਿਸਾਬ ਕਿਤਾਬ ਲਊਗਾ। ਇਹ ਮੈਂ ਤੁਸੀਂ ਜਿੱਦਾਂ ਉਹਨਾਂ ਦੇ ਕੋਚ ਵੀ ਰਹੇ ਹੋ, ਉੱਥੇ ਗੱਲ ਸ਼ੁਰੂ ਕਰਨਾ ਚਾਹੁੰਦਾ ਵੀ ਇੱਕ ਨਾ ਕੈਪੇਬਿਲਿਟੀ ਹੁੰਦੀ ਵੀ ਇੰਨਾ ਈਜ਼ੀਲੀ 6 ਬੰਦਾ ਕਿੱਦਾਂ ਮਾਰ ਲੈਂਦਾ। ਇੱਕ ਗਲਤੀ ਹੋ ਗਈ, ਮੈਂ ਇਹਨਾਂ ਨੂੰ ਗੋਲਫ ਹੁਣ ਸ਼ੁਰੂ ਕਰਾਈ ਹੈ। ਅੱਛਾ ਜੀ। ਧੱਕੇ ਨਾ ਹਾਂ ਤੂੰ ਛੱਡ ਪਰੇ, ਆਪਾਂ ਗੋਲਫ ਖੇਡਣੀ ਹੈ। ਸਪੋਰਟਸਮੈਨ ਵਨਸ ਅ ਸਪੋਰਟਸਮੈਨ ਆਲਵੇਜ਼ ਅ ਸਪੋਰਟਸਮੈਨ। ਉਹ ਪਨੀਤ ਬਾਲੀ ਹੋਣੀ ਇਕੱਠੇ ਹੋ ਕੇ ਗੋਲਫ ਖੇਡਣ ਲੱਗ ਗਏ, ਇਹਨੂੰ ਗੋਲਫ ਦਾ ਸ਼ੌਕ ਪੈ ਗਿਆ। ਇਹ ਜੋ ਕੁਝ ਤੁਸੀਂ ਦੇਖਿਆ ਨਾ ਹੁਣ, ਇਹ ਗੋਲਫ ਦੀ ਕਰਾਮਾਤ ਹੈ। ਮੇਰੇ ਤੋਂ ਗਲਤੀ ਇਹ ਹੋ ਗਈ, ਜਦ ਕ੍ਰਿਕਟ ਖੇਡਦਾ ਸੀ ਕਿਤੇ ਮੈਨੂੰ ਨਾਲ ਗੋਲਫ ਸ਼ੁਰੂ ਕਰਾ ਦਿੰਦਾ ਨਾ, ਇਹ ਇਹੋ ਜਿਹੇ ਰਿਕਾਰਡ ਬਣਾ ਜਾਂਦਾ ਜਿਹੜਾ ਦੁਨੀਆ ਦੇ ਵਿੱਚ ਕਦੇ ਟੁੱਟਣੇ ਨਹੀਂ ਸੀ। ਤਾਂ ਹੁਣ ਸਾਡੀ ਗੱਲ ਹੋਈ, ਮੈਂ ਕਿਹਾ ਯਾਰ ਇੱਕ ਅਜੀਬ ਜੀ ਗੱਲ ਤੇਰੇ 'ਚ ਹੋਈ ਹੈ, ਅੱਡਾ ਹੈੱਡ ਤੇਰਾ ਸਟਿਲ ਆ, ਡਾਊਨ ਸਵਿੰਗ ਤੇਰੀ ਕਿੱਥੇ ਜਾਂਦੀ ਹੈ? ਕਹਿੰਦਾ ਪਾਪਾ ਇਹ ਗੋਲਫ ਦਾ ਕਮਾਲ। ਅਤੇ ਕਹਿੰਦਾ ਮੈਂ ਆਹੀ ਸਾਡਾ ਸਵਾਲ ਤੁਹਾਨੂੰ ਕਿਹਾ ਵੀ ਜੇ ਆਪਾਂ ਗੋਲਫ ਖੇਡਦੇ ਹੁੰਦੇ ਡਿਊਰਿੰਗ ਕ੍ਰਿਕਟ ਤਾਂ ਬਹੁਤ ਫਰਕ ਪੈ ਜਾਂਦਾ। ਕਹਿੰਦਾ ਪਾਪਾ ਆਪਣੇ ਦਿਮਾਗ 'ਚ ਹੀ ਨਹੀਂ ਆਈ। ਮੈਂ ਕਿਹਾ ਯਾਰ ਮੇਰੇ ਨਹੀਂ ਦਿਮਾਗ 'ਚ ਆਈ, ਤੇਰਾ ਦਾ ਕੀ ਕਸੂਰ ਹੈ? ਸੋ ਆਈ ਥਿੰਕ ਗੋਲਫ ਨੇ ਬਹੁਤ ਹੈਲਪ ਕੀਤਾ। ਇਹ ਮੈਂ ਥੋੜੀ ਕ੍ਰਿਕਟ ਦੀ ਗੱਲ ਨੂੰ ਕੰਟੀਨਿਊ ਕਰਨਾ ਚਾਹੁੰਦਾ ਵੀ ਤੁਸੀਂ ਇੱਕ ਬਹੁਤ ਵੱਡਾ ਪਲੇਅਰ ਦਿੱਤਾ ਇੰਡੀਅਨ ਕ੍ਰਿਕਟ ਨੂੰ, ਵੀ ਹੁਣ ਵੀ ਕੋਈ ਦਿਮਾਗ ਚਾਹੁੰਦਾ ਵੀ ਕੋਈ ਹੋਰ ਪਲੇਅਰ ਵੀ ਕਰਿਆ, ਕਿਉਂਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਜਿੱਦਾਂ ਹੁਣ ਤੁਸੀਂ ਯੁਵਰਾਜ ਸਿੰਘ 'ਚ ਇੰਪਲੀਮੈਂਟ ਕਰਕੇ ਵੀ ਦੇਖਿਆ ਵੀ ਵਿੱਚ ਹੋਰ ਐਨਾ ਹੁਣ ਕਰ ਸਕਦੇ ਸੀਗੇ। ਕੋਈ ਪਲਾਨ ਆਉਂਦਾ ਕੋਈ ਪਲੇਅਰ ਨਿਗਾਹ 'ਚ ਯਾਰ ਇਹਨੂੰ ਬਣਾਇਆ ਜਾਵੇ ਦੇਸ਼ ਦੇ ਲਈ ਹੋਰ? ਬੇਟਾ ਰੌਲਾ ਪਤਾ ਕੀ ਹੈ,
ਉਹਦਾ ਪਿਓ ਵੀ ਮੈਂ ਸੀ, ਮਾਂ ਵੀ ਮੈਂ ਸੀ, ਘਰ ਵੀ ਮੇਰਾ ਸੀ, ਰਹਿੰਦਾ ਵੀ ਮੇਰੇ ਕੋਲ ਸੀ। ਜੇ ਯੁਵਰਾਜ ਸਿੰਘ ਕਿਸੇ ਹੋਰ ਦਾ ਪੁੱਤਰ ਹੁੰਦਾ ਸ਼ਾਇਦ ਅੱਜ ਇਹ ਨਾ ਹੁੰਦਾ। ਮੈਂ ਉਹਨੂੰ ਜਿਵੇਂ ਬਣਾਉਣਾ ਸੀ ਧੱਕੇ ਨਾਲ ਅੱਗ ਦੇ ਦਰਿਆ 'ਚ ਸਿੱਟ ਕੇ, ਤੁਹਾਨੂੰ ਸਾਰਿਆਂ ਨੂੰ ਪਤਾ। ਬਿਲਕੁਲ ਜੀ। ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਨਾ, ਇੱਕ ਤਾਂ ਇਹਨਾਂ ਮਿਹਨਤ ਕਰਕੇ ਰਾਜੀ ਨਹੀਂ, ਇੱਕ ਇਹਨਾਂ ਦੀਆਂ ਮੰਮੀਆਂ ਕਹਿਣ ਲੱਗ ਜਿਹੜੇ ਹਾਏ ਹਾਏ ਇਸਕੋ ਚੋਟ ਲੱਗ ਜਾਏਗੀ, ਹਾਏ ਹਾਏ ਇਸਕਾ ਰੰਗ ਕਾਲਾ ਹੋ ਜਾਏਗਾ, ਪੀਲਾ ਹੋ ਜਾਏਗਾ। ਉਹ ਬਾਪੂ ਨੂੰ ਢਿੱਡ ਵਧਾਇਆ ਹੁੰਦਾ ਹੈ, ਉਹ ਵਿਚਾਰਾ ਸ਼ਾਮ ਨੂੰ ਕੰਮ ਤੋਂ ਆਉਂਦਾ, ਉਹਨੂੰ ਜੇ 2 ਘੰਟੇ ਆ ਜਾ, ਮੇਰਾ ਤਾਂ ਜੀ ਸਰ ਦੁਖ ਰਿਹਾ ਹੈ ਫਲਾਨਾ। ਉਹ ਨਾ ਤਾਂ ਮਾਂ ਪਿਓ 'ਚ ਪੈਸ਼ਨ ਹੈ। ਬੱਚੇ ਜੰਮਣੇ ਆਉਂਦੇ ਆ, ਇਹਨਾਂ ਨੂੰ ਬਣਾਉਣੇ ਨਹੀਂ ਆਉਂਦੇ। ਸੋ ਮੈਂ ਸਮਝਦਾ ਯੂਵੀ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਹੁਣ ਨਵਾਂ, ਕਹਿੰਦਾ ਮੇਰਾ ਕਾਰਨ ਇੱਕੋ ਹੀ ਹੈ ਸਕਸੈਸ ਦਾ, ਕਿ ਮੇਰਾ ਪਿਓ ਯੋਗਰਾਜ ਸਿੰਘ ਸੀ, ਅਤੇ ਜਿਹੜੇ ਦੂਜੇ ਬੰਦੇ ਮੇਰੇ ਨਾਲ ਦੇ ਇੰਨੇ ਚੰਗੇ ਸੀ ਉਹ ਨਹੀਂ ਖੇਡ ਸਕੇ, ਤਾਂ ਫਰਕ ਇਹ ਸੀ ਵੀ ਉਹਨਾਂ ਦਾ ਪਿਓ ਯੋਗਰਾਜ ਸਿੰਘ ਨਹੀਂ ਸੀ। ਸੋ ਮੈਂ ਕੋਸ਼ਿਸ਼ ਕਰ ਰਿਹਾ, ਪਰ ਬੜਾ ਔਖਾ ਜੀ, ਹਰ ਬੰਦਾ ਨਾ ਸ਼ਾਰਟਕਟ ਭਾਲਦਾ, ਪਰ ਫਿਰ ਵੀ 1-2 ਪਲੇਅਰ ਹੈਗੇ ਉਹਨਾਂ 'ਤੇ ਮੈਂ ਮਿਹਨਤ ਕਰ ਰਿਹਾ। ਹਾਂਜੀ। ਤੇ ਯੋਗਰਾਜ ਸਰ ਥੋੜ੍ਹਾ ਜਿਹਾ ਹੁਣ ਮੈਂ ਸ਼ਿਫਟ ਕਰਾਂ, ਇੱਕ ਗੱਲ ਜਿੱਦਾਂ ਆਲਵੇਜ਼ ਸੁਣੀ ਆ, ਸਾਡੇ ਘਰ ਦੇ ਵੀ ਦੱਸਦੇ ਰਹੇ ਆ ਵੀ ਕਹਿੰਦੇ ਵੀ ਜ਼ੁਲਮ ਜੇ ਕਰਨਾ ਵੀ ਮਾੜਾ ਤੇ ਸਹਿਣਾ ਵੀ ਮਾੜਾ ਆ। ਮੈਂ ਇੱਕ ਗੱਲ ਤੁਹਾਡੇ 'ਚ ਨੋਟਿਸ ਕੀਤੀ ਸੀ, ਚਲੋ ਸਾਡੇ ਲਈ ਵੀ ਸਿੱਖਿਆ ਆ ਵੀ ਹਰ ਗੱਲ ਨੂੰ ਤੁਸੀਂ ਕਹਿ ਦਿੰਦੇ ਹੋ, ਬੇਸ਼ੱਕ ਉਹਦਾ ਨਤੀਜਾ ਬਾਅਦ 'ਚੋਂ ਗਲਤ ਵੀ ਆਵੇ। ਇਹ ਬੰਦਾ ਇਨਸਾਨ ਆਪਣੇ ਅੰਦਰ ਕਿੱਦਾਂ ਡਿਵੈਲਪ ਕਰ ਸਕਦਾ ਇਸ ਗੁਣ ਨੂੰ, ਕਿਉਂਕਿ ਡਰ ਵੀ ਬਹੁਤ ਹੁੰਦਾ ਨਾ ਜੀ, ਵੀ ਜੇ ਆਪਾਂ ਇਸ ਖਿਲਾਫ ਸੱਚ ਬੋਲਿਆ ਤਾਂ ਆਹ ਹੋ ਸਕਦਾ, ਸਾਡੇ ਨਾਲ ਆਹ ਹੋ ਸਕਦਾ। ਇਹ ਜੇ ਬੰਦੇ ਨੇ ਆਪਣੇ ਅੰਦਰ ਗੁਣ ਡਿਵੈਲਪ ਕਰਨਾ ਤੇ ਕਿਵੇਂ ਕਰਨਾ ਚਾਹੀਦਾ ਉਹਨੂੰ? 1500 ਸਾਲ ਗਜਨਵੀ ਪਹਿਲਾਂ 1500 ਸਾਲ ਪਹਿਲਾਂ ਆਇਆ ਸੀ, ਜੋ ਉਹਨੇ ਜ਼ੁਲਮ ਕੀਤੇ ਉਹਦਾ ਤੁਹਾਨੂੰ ਅਹਿਸਾਸ ਹੈ। ਤੈਮੂਰ ਆਇਆ, ਉਹਨੇ ਜੋ ਜ਼ੁਲਮ ਕੀਤੇ ਉਹਦਾ, ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ, ਧਿਆਨ ਨਾਲ ਸੁਣਿਓ, ਉਹਦਾ ਤੁਹਾਨੂੰ ਅਹਿਸਾਸ ਨਹੀਂ ਹੈ। ਕਿਸੇ ਨੂੰ ਪਤਾ ਨਹੀਂ ਕਿ ਜ਼ੁਲਮ ਕਿੰਨਾ ਕੁਛ ਆਪਣੇ ਨਾਲ ਲੈ ਜਾਂਦਾ ਹੈ ਅਤੇ ਕੀ ਸਿਖਾ ਜਾਂਦਾ। ਇਸ ਦੇਸ਼ ਦੀਆਂ ਜੜ੍ਹਾਂ ਪੁੱਟਣ ਵਾਸਤੇ ਸਿੱਖੀ ਕਿਉਂ ਬਣਾਈ ਗਈ? 1300 ਸਾਲ ਦੇ ਜ਼ੁਲਮ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜਹਾਂਗੀਰ ਦੇ ਟਾਈਮ ਤੋਂ ਲੈ ਕੇ ਔਰੰਗਜ਼ੇਬ ਦੇ ਅੱਧੇ ਰਾਜ ਤੱਕ ਸਿੱਖੀ ਕਿਉਂ ਸਾਜੀ ਗਈ ਅਨੰਦਪੁਰ ਸਾਹਿਬ? ਕਿਉਂਕਿ 1300 ਸਾਲ ਦੇ ਵਿੱਚ ਇੰਨਾ ਕੁ ਜ਼ੁਲਮ ਹਿੰਦੁਸਤਾਨ ਦੇ ਲੋਕਾਂ 'ਤੇ ਹੋ ਚੁੱਕਿਆ ਸੀਗਾ ਕਿ ਜਿਹਨੂੰ ਖੁਦਾ ਬਰਦਾਸ਼ਤ ਨਹੀਂ ਕਰ ਸਕਿਆ। ਗੁਰੂ ਸਾਹਿਬ ਨੇ ਆਖਿਆ ਹੁਣ ਸ੍ਰੀ ਸਾਹਿਬ ਸ਼ਸਤਰ ਤੋਂ ਬਗੈਰ ਗੱਲ ਨਹੀਂ ਬਣਨੀ, ਜਦ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਵਿੱਚ ਲਿਆ। ਉਹ ਜਿਹੜਾ ਸੰਪੂਰਨ ਤਰੀਕੇ 'ਤੇ ਉਹਨਾਂ ਨੇ ਕੀ ਕੀਤਾ ਕਿ ਮੈਂ ਮੌਤ ਦਾ ਡਰ ਕੱਢਣਾ ਬੰਦੇ 'ਚੋਂ, ਉਹਦੇ ਡਰ ਦੀ ਤੁਸੀਂ ਗੱਲ ਕੀਤੀ। ਜੀ ਬਿਲਕੁਲ। ਮੌਤ ਦਾ ਡਰ, ਮੌਤ ਦਾ ਖੌਫ ਕੱਢਣਾ। ਫਿਰ ਉਹਨਾਂ ਨੇ ਤਪੱਸਿਆ ਕੀਤੀ, 1.25 ਮਹੀਨਾ ਚੰਡੀ ਦੀ ਵਾਰ, ਬਾਟਾ ਬਣਾਇਆ, ਅੰਮ੍ਰਿਤ ਬਣਾਇਆ, ਅੰਮ੍ਰਿਤ ਪਿਆਇਆ, ਖਾਲਸਾ ਤਿਆਰ ਕੀਤਾ ਬੇਖੌਫ। ਜੇ ਮੁਗਲਾਂ ਨਾਲ ਲੜਨਾ, ਐਡੇ ਐਡੇ ਬੰਦਿਆਂ ਨਾਲ, ਐਡੀ ਫੌਜ ਨਾਲ, ਤਾਂ ਬੇਖੌਫ ਹੋਣਾ ਚਾਹੀਦਾ। ਉਹ ਬੇਖੌਫੀ ਜਿਹੜੀ ਹੈ ਨਾ, ਉਹ ਗੁਰੂ ਦੇ ਇਸ਼ਕ ਨਾਲ ਹੁੰਦੀ ਹੈ। ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ। ਰੱਬ ਨਾਲ ਜਿਹੜਾ ਇਸ਼ਕ ਹੁੰਦਾ ਨਾ, ਉਹ ਵੀ ਰੱਬ ਆਪ ਕਰਵਾਉਂਦਾ ਹੈ। ਗੁਰੂਆਂ ਨਾਲ, ਪੀਰਾਂ ਨਾਲ ਇਸ਼ਕ ਹੁੰਦਾ, ਵੀ ਰੱਬ ਆਪ ਕਰਵਾਉਂਦਾ ਹੈ। ਕੁਛ ਰੂਹਾਂ ਜੰਮਦੀਆਂ ਨੇ ਇਹੋ ਜਿਹੀਆਂ ਜਿਹੜੀਆਂ ਸਵਾਰ ਕੇ ਭੇਜਦਾ ਪਿੱਛੋਂ। ਤੁਸੀਂ ਮੇਰੀ ਗੱਲ ਕੀਤੀ ਸੀ, ਮੈਂ ਗੱਲ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਮੈਂ ਹੱਥ ਜੋੜ ਕੇ ਸਿਰ ਨਵਾ ਕੇ ਉਸ ਗੁਰੂ ਦੇ ਚਰਨਾਂ 'ਚ ਇਹ ਕਹਿਣਾ ਵੀ ਮੈਂ ਤੇਰੀ ਜੁੱਤੀ ਦਾ ਜਰਰਾ ਵੀ ਨਹੀਂ, ਮੈਂ ਅਕਾਲ ਪੁਰਖ ਤੇਰੇ ਬ੍ਰਹਮੰਡ 'ਚ ਮੇਰੀ ਕੋਈ ਹੋਂਦ ਹੀ ਨਹੀਂ। ਪਰ ਜਦ ਤੱਕ ਮੈਂ ਵਿਕਿਆ ਨਹੀਂ ਸੀ, ਤਦ ਤੱਕ ਮੈਨੂੰ ਕੋਈ ਨਹੀਂ ਸੀ ਪੁੱਛਦਾ, ਤੂੰ ਖਰੀਦ ਕੇ ਮੈਨੂੰ ਹੀਰਾ ਬਣਾਤਾ। ਮੇਰੀ ਹੋਂਦ ਜਿਹੜੀ ਹੈ ਉਹ ਗੁਰੂ ਦੀ ਦਿੱਤੀ ਵੀ ਹੈ, ਗੁਰੂ ਘਰ ਦੀ ਦਿੱਤੀ ਵੀ ਹੈ। ਗੁਰੂ ਘਰ ਦਾ ਮੈਂ ਕੁੱਤਾ ਕੁੱਕਰ, ਹਾਂ ਮੈਂ ਪਟਾ ਪਾਈ ਫਿਰਦਾ। ਮੈਂ ਗੁਰੂ ਤੋਂ ਕੀ ਸਿੱਖਿਆ? ਪ੍ਰੇਮ ਕਰਨਾ, ਬੇਖੌਫ ਗੱਲ ਕਹਿਣੀ। ਟਾਲਾ ਸਾਹਿਬ ਗੁਰਦੁਆਰੇ ਮੈਂ ਜਦ ਬੈਠਾ ਸੀ ਤਾਂ ਮੈਂ ਬੜਾ ਦੁਖੀ ਸੀ, ਕਿਉਂਕਿ ਮੇਰੇ ਬਾਲ ਕੱਟੇ ਹੋਏ ਸੀ, ਕਰਕੇ ਮੈਂ ਦਸਤਾਰ ਬੰਨੀ, ਮੈਂ ਗੁਰੂ ਦੇ ਅੱਗੇ ਸ਼ਰਮਿੰਦਾ ਹੁੰਦਾ ਸੀ। ਮੈਨੂੰ ਬਾਬਾ ਦਰਸ਼ਨ ਸਿੰਘ ਜੀ ਕਹਿਣ ਲੱਗੇ ਕਿ ਬਹੁਤ ਵੱਡਾ ਕਹਿਰ ਪੰਜਾਬ 'ਤੇ ਟੁੱਟਣ ਵਾਲਾ ਹੈ, ਤੂੰ ਕਿਸਾਨਾਂ ਦੇ ਨਾਲ ਖੜਨਾ ਹੈ, ਗੁਰੂ ਘਰ ਨੇ ਤੇਰੇ ਤੋਂ ਸੇਵਾਵਾਂ ਲੈਣੀਆਂ ਨੇ, ਔਰ ਤੂੰ ਪੰਜਾਬ ਦਾ ਬੋਝ ਆਪਣੇ ਮੋਢਿਆਂ 'ਤੇ ਚੱਲਣਾ। ਮੇਰੇ ਵਰਗੇ ਗਰੀਬ ਨੂੰ, ਜਿਹਦੀ ਕੋਈ ਔਕਾਤ ਨਹੀਂ, ਜਿਹਦਾ ਕੋਈ ਅੱਗਾ ਨਹੀਂ ਪਿੱਛਾ ਨਹੀਂ, ਉਹਨੂੰ ਗੁਰੂ ਐਡੀ ਵਡਿਆਈ ਦੇਵੇ, ਐਡਾ ਮਾਣ ਸਨਮਾਨ ਦੇਵੇ। ਮੈਂ ਰੋ ਪਿਆ, ਮੈਨੂੰ ਤਾਂ ਪਤਾ ਨਹੀਂ ਸੀ। ਜੋ ਕੁਛ ਵੀ ਮੈਂ ਕਰ ਰਿਹਾ ਗੁਰੂ ਦਾ ਹੋਕਾ ਦੇ ਰਿਹਾ। ਮੈਂ ਨਹੀਂ ਬੋਲ ਰਿਹਾ, ਬਾਬਾ ਦੀਪ ਸਿੰਘ ਜੀ ਵਿੱਚੋਂ ਬੋਲ ਰਿਹਾ, ਸ਼ਹੀਦ ਵਿੱਚੋਂ ਬੋਲ ਰਿਹਾ, ਅਕਾਲ ਪੁਰਖ ਮਹਾਕਾਲ ਵਿੱਚੋਂ ਬੋਲ ਰਿਹਾ, ਗੁਰੂ ਨਾਨਕ ਦੇਵ ਜੀ, ਸਭ ਪੀਰ ਪੈਗੰਬਰ, ਦੇਵੀ ਦੇਵਤੇ, ਰਿਸ਼ੀ ਮੁਨੀ ਜਿਨ੍ਹਾਂ ਨੂੰ ਮੈਂ ਸਤਿਕਾਰ ਕਰਦਾ, ਉਹ ਬੋਲ ਰਿਹਾ, ਮੈਂ ਨਹੀਂ ਬੋਲ ਰਿਹਾ। ਸੋ ਜੋ ਕੁਛ ਵੀ ਤੁਸੀਂ ਦੇਖ ਰਹੇ ਹੋ, ਬੇਖੌਫ ਜਿਹੜੀ ਇਹ ਜ਼ਿੰਦਗੀ ਹੈ, ਇਸੇ ਕਰਕੇ ਚੱਲ ਰਹੀ ਹੈ। ਔਰ ਦੂਜੀ ਗੱਲ, ਮੇਰੇ ਪਰਿਵਾਰ ਨੇ ਮੈਨੂੰ ਇਹ ਗੱਲ ਕਹੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਦੌਰ ਜ਼ਿੰਦਗੀ ਦਾ ਮੇਰਾ ਇਸ ਤਰ੍ਹਾਂ ਦਾ ਸ਼ੁਰੂ ਹੋ ਗਿਆ, ਤੁਸੀਂ
ਦੇਖੋ ਕੱਲ ਨੂੰ ਇਹ ਨਾ ਕਹੋ ਜੀ ਆਹ ਹੋ ਗਿਆ ਉਹ ਹੋ ਗਿਆ, ਇੱਥੇ ਬਹੁਤ ਕੁਝ ਹੋਣਾ ਤੇ ਜਾਂ ਤਾਂ ਤੁਸੀਂ ਕਹਿ ਦਿਓ ਵੀ ਤੂੰ ਸਾਡਾ ਪਿਓ ਨਹੀਂ, ਅਸੀਂ ਤੇਰੇ ਪੁੱਤਰ ਨਹੀਂ, ਅਸੀਂ ਤੇਰੀ ਪਰਿਵਾਰ ਨਹੀਂ, ਤੂੰ ਜਾ ਅੱਡ ਹੋ ਜਾ, ਮੈਨੂੰ ਐਫੀਡੇਵਿਟ ਲਿਖ ਕੇ ਦੇ ਦਿਓ, ਮੈਂ ਆਪਣੀ ਗੱਠੜੀ ਚੱਕ ਕੇ ਗੁਰੂ ਘਰ ਚਲਾ ਜਾਊਂਗਾ, ਨਹੀਂ ਤਾਂ ਮੇਰੇ ਨਾਲ ਰਹੋ। ਮੈਨੂੰ ਯੂਵੀ ਨੇ ਗੱਲ ਕਹੀ, ਮੇਰੇ ਬੱਚਿਆਂ ਨੇ ਗੱਲ ਕਹੀ, ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਵਹੁਟੀ ਨੇ ਗੱਲ ਕਹੀ, ਗੱਲ ਸੁਣ, ਤੂੰ ਜੇ ਸ਼ਹੀਦ ਵੀ ਹੋ ਜਾਏਗਾ ਨਾ, ਸਾਨੂੰ ਜ਼ਿੰਦਗੀ 'ਚ ਮਾਣ ਹੋਊਗਾ ਕਿ ਸਾਡਾ ਬਾਪ ਪੰਜਾਬ ਦੇ ਲੋਕਾਂ ਵਾਸਤੇ, ਪੰਜਾਬ ਦੀ ਧਰਤੀ ਵਾਸਤੇ ਸ਼ਹੀਦ ਹੋਇਆ ਹੈ, ਤੇ ਜੇ ਅਸੀਂ ਵੀ ਸ਼ਹੀਦ ਹੋ ਜਾਵਾਂਗੇ ਰੱਬ ਨੂੰ ਮਾਣ ਹੋਊਗਾ। ਜਦ ਪਰਿਵਾਰ ਤੁਹਾਨੂੰ ਐਡੀ ਗੱਲ ਕਹਿ ਦੇ, ਗੁਰੂ ਘਰ ਤੋਂ ਥਾਪੜਾ ਮਿਲ ਜੇ, ਫਿਰ ਬੰਦਾ ਬੇਖੌਫ ਹੋ ਜਾਂਦਾ। ਤੇ ਚਾਹ ਆ ਗਈ, ਤੁਸੀਂ ਪਲੀਜ਼ ਚਾਹ ਲਓ, ਕਾਫੀ ਟਾਈਮ ਦੇ ਬੈਠੇ ਨਾਲ ਜੀ, ਤੇ ਨਾਲ ਸਵਾਲ ਚੱਲਦੇ ਆ। ਤੇ ਇੱਕ ਨਾ ਮੈਂ ਚਣਕਿਆ ਜੀ ਦੀ ਕਿਤਾਬ ਪੜ੍ਹਦਾ ਸੀਗਾ, ਜਿੱਦਾਂ ਹੁਣ ਉੱਦਾਂ ਦਾ ਮਾਹੌਲ ਚੱਲਦਾ, ਉਹਦੇ ਵਿੱਚ ਉਹਨੇ ਲਿਖਿਆ ਹੈ ਵੀ ਜਿਸ ਕੌਮ ਦਾ ਮਤਲਬ ਯੂਥ ਹੈ ਨਾ, ਵੀ ਉਹ ਰਾਜਨੀਤੀ ਵਿੱਚ ਨਹੀਂ ਆਉਂਦਾ, ਉਹ ਕੌਮ ਕਿਤੇ ਨਾ ਕਿਤੇ ਜਾ ਕੇ, ਜਾਂ ਕੋਈ ਵੀ ਨੇਸ਼ਨ ਆ, ਕਿਤੇ ਨਾ ਕਿਤੇ ਜਾ ਕੇ ਖਤਮ ਹੋ ਜਾਂਦਾ। ਤੇ ਇਹੀ ਮੈਨੂੰ ਲੱਗ ਰਿਹਾ ਵੀ ਹੁਣ ਪਰਸਨਲੀ ਤੁਸੀਂ ਜੇ ਮੇਰੇ ਕੋਲ ਵੀ ਪੁੱਛੋ ਯਾਰ ਤੂੰ ਰਾਜਨੀਤੀ 'ਚ ਆਉਣਾ ਚਾਹੂੰਗਾ, ਹਰ ਇੱਕ ਬੰਦਾ ਜਿਹੜਾ ਵੀ ਇੱਥੇ ਬੈਠਾ ਪੁੱਛੀਏ, ਮੁੰਡੇ ਤੋਂ ਯੂਥ ਤੋਂ ਪੁੱਛੀਏ, ਕੁੜੀ ਤੋਂ, ਉਹ ਕਹਿੰਦੇ ਜੀ ਨਹੀਂ, ਰਾਜਨੀਤੀ ਬਹੁਤ ਗੰਦੀ ਆ। ਇਹ ਬੰਦੇ ਦੀ ਸਟੇਟਮੈਂਟ ਆ। ਤੁਹਾਡੇ ਕੋਲ ਇੱਕਦਮ ਇਹ ਪੁੱਛਣਾ ਚਾਹੁੰਦਾ ਵੀ ਇਹ ਧਾਰਨਾ ਕਿਉਂ ਬਣ ਗਈ, ਵੀ ਕਿਉਂ ਇਹੋ ਜਿਹੀ ਧਾਰਨਾ ਬਣ ਗਈ ਕਿ ਲੋਕ ਰਾਜਨੀਤੀ ਵਿੱਚ ਆਉਣਾ ਨਹੀਂ ਚਾਹੁੰਦੇ, ਤੇ ਵੀ ਜੇ ਆਪਾਂ ਯੂਥ ਨੂੰ ਇਹਦੇ ਵਿੱਚ ਮੋਟੀਵੇਸ਼ਨ ਲਈ ਲਿਆਉਣਾ ਚਾਹੁੰਦੇ ਤਾਂ ਉਹਦਾ ਕੀ ਰਾਹ ਆ ਜੀ? ਮੈਂ ਹੋਕਾ ਦੇਣਾ ਸ਼ੁਰੂ ਕੀਤਾ, ਤੁਸੀਂ ਦੇਖਿਆ ਹੋਣਾ 2-3 ਰੈਲੀਆਂ ਤੋਂ, ਕਿ ਸਰਕਾਰ ਬਣਾਉਣੀ ਹੈ, ਯੂਥ ਨੂੰ ਅੱਗੇ ਲਿਆਉਣਾ ਹੈ, ਤੇ ਸਾਰਾ ਕੁਝ ਕਰਨਾ ਹੈ। ਦੇਖੋ ਦੋ ਚੀਜ਼ਾਂ ਨੇ, ਇੱਕ ਇਤਿਹਾਸ ਤੇ ਇੱਕ ਯੂਥ। ਜਦ ਇਹਨੂੰ ਨਾ ਸੰਭਾਲ ਕੇ ਰੱਖੋ ਦੋ ਚੀਜ਼ਾਂ ਨੂੰ, ਤਾਂ ਉਹ ਕੌਮਾਂ ਤੇ ਉਹ ਦੇਸ਼ ਤੇ ਉਹ ਨਸਲਾਂ ਗਰਕ ਹੋ ਜਾਇਆ ਕਰਦੀਆਂ ਨੇ, 'ਚ ਕੋਈ ਸ਼ੱਕ ਨਹੀਂ ਜੋ ਤੁਸੀਂ ਗੱਲ ਕਹੀ ਹੈ। ਲੇਕਿਨ ਉਸ ਯੂਥ ਨੂੰ ਸੇਧ ਦੇਣ ਵਾਲਾ ਕੋਈ ਨਹੀਂ। ਜਦ ਮੈਂ ਪਹਿਲੀ ਰੈਲੀ ਸ਼ੁਰੂ ਕੀਤੀ ਸੀ ਮੋਗੇ, ਮੈਂ 150 ਬੰਦਾ ਬੈਠਾ ਹੋਣਾ, ਸਾਰੇ ਬਜ਼ੁਰਗ ਬੈਠੇ ਸੀ, 10 ਕੁ ਆਪਣੇ ਜਵਾਨ ਮੁੰਡੇ ਬੈਠੇ ਹੋਣੇ, ਮੋਬਾਈਲ ਕੰਨ ਨੂੰ ਲਾਏ ਸੀ। ਜਦ ਮੈਂ ਬੋਲਣ ਲੱਗਿਆ ਉੱਠ ਕੇ ਚਲੇ ਗਿਆ। ਮੈਂ ਗੁਰਦੁਆਰੇ ਚਲਾ ਗਿਆ, ਬਾਬਾ ਜੀ ਕੋ ਫਿਰ ਗਿਆ। ਮੈਂ ਕਿਹਾ ਬਾਬਾ ਜੀ ਇਹ ਤਾਂ ਸੁਣਦਾ ਤਾਂ ਕੋਈ ਹੈ ਨਹੀਂ। ਕਹਿੰਦੇ ਬੇਖੌਫ ਹੋ ਕੇ ਜੋ ਬੋਲਣਾ ਬੋਲੀ ਚੱਲ, ਗੁਰੂ ਦੇ ਥਾਪੜਾ, ਮੇਰੇ ਕੋਲ ਨਾ ਆਇਆ ਕਰ ਬਾਰ-ਬਾਰ। ਮੈਂ ਗਿਆ 1 ਰੈਲੀ, 2 ਰੈਲੀ, 3 ਰੈਲੀ। ਮੈਂ ਸਡਨਲੀ ਰਿਅਲਾਈਜ਼ ਕੀਤਾ ਕਿ ਸਾਡੇ ਯੂਥ ਨੂੰ ਸਾਡੇ ਤਾਂ ਹਿਸਟਰੀ ਦਾ ਨਹੀਂ ਪਤਾ। ਮੈਂ ਪੁੱਛਿਆ ਜਨਰਲ ਜ਼ੋਰਾਵਰ ਸਿੰਘ ਕੌਣ ਸੀ, ਪਤਾ ਨਹੀਂ। ਹਰੀ ਸਿੰਘ ਨਲੂਆ ਕੌਣ ਸੀ, ਪਤਾ ਨਹੀਂ। ਅਹਿਮਦ ਸ਼ਾਹ ਅਬਦਾਲੀ ਕੌਣ ਸੀ, ਪਤਾ ਨਹੀਂ। ਔਰੰਗਜ਼ੇਬ ਕੌਣ ਸੀ, ਪਤਾ ਨਹੀਂ। ਗਜਨੀ ਕੌਣ ਸੀ, ਪਤਾ ਨਹੀਂ। ਤੈਮੂਰ ਕੌਣ ਸੀ, ਪਤਾ ਨਹੀਂ। ਜਦ ਇਹ ਗੱਲ ਦਿਮਾਗ 'ਚ ਆਈ, ਫਿਰ ਮੈਂ ਹਿਸਟਰੀ ਸੁਣਨੀ ਸ਼ੁਰੂ ਕੀਤੀ। ਆਹ ਹੁੰਦਾ ਸੀ, ਗਜ਼ਨੀ ਆਹ ਕਰਦਾ ਸੀ, ਤੈਮੂਰ ਆਹ ਕਰਦਾ ਸੀ, ਬਾਬਰ ਆਹ ਕਰਦਾ ਸੀ, ਹਮਾਯੂ ਆਹ ਕਰਦਾ ਸੀ, ਅੰਗਰੇਜ਼ ਐਂ ਕਰਦੇ ਸੀ, ਇੱਦਾਂ ਕਰਕੇ ਅਹਿਮਦ ਸ਼ਾਹ ਅਬਦਾਲੀ ਸਾਡੇ ਲੋਕਾਂ ਦੇ ਬੜੇ ਤਸੀਹੇ ਕਰਦਾ ਸੀ। ਸਭ ਕਹਿਣਾ ਸ਼ੁਰੂ ਕੀਤਾ। ਉਹ ਜਵਾਨ ਮੁੰਡੇ ਜਿਹੜੇ ਹੁਣ 25-25, 30-30 ਸਾਲ ਦੇ, ਉਹ ਨਾ ਹਿੱਕ 'ਚ ਲੱਗੇ। ਮੈਂ ਕੀ ਸਵਾਲ ਪੁੱਛਿਆ ਕਿ ਤੁਹਾਡੇ ਪਿਓ ਦੀ ਤੇ ਤੁਹਾਡੇ ਦਾਦੇ ਦੀ ਪੱਗ ਰੁਲੀ ਪਈ ਹੈ, ਤੁਹਾਡੇ ਗੁਰੂਆਂ ਦੀ ਪੀਰਾਂ ਦੀ ਕਈਏ ਹੋਏ ਅਲਫਾਜ਼ ਇਹ ਮਟਾਉਣਾ ਚਾਹੁੰਦੇ ਸ਼ੈਤਾਨ ਆਤਮਾਵਾਂ। ਜੇ ਕੱਲ੍ਹ ਨੂੰ ਆਪਣੇ ਦੇਸ਼ ਤੇ ਆਪਣੀ ਧਰਤੀ ਨੂੰ ਕੋਈ ਲੈ ਗਿਆ, ਜੋ ਕਿ ਪਹਿਲਾਂ ਹੁੰਦਾ ਰਿਹਾ, ਆਪਾਂ ਗੁਲਾਮ ਬਣ ਗਏ, ਤੁਹਾਨੂੰ ਗੁਰੂ ਪੁੱਛਿਆ ਕਰਨਗੇ ਕਿ ਤੁਸੀਂ ਕੀ ਕੀਤਾ। ਇਹ ਗੱਲ ਨੌਜਵਾਨਾਂ ਦੇ ਹਿੱਕ 'ਚ ਲੱਗੀ। ਇੱਥੇ ਤਾਂ ਦੁੱਖ ਵਾਲੀ ਗੱਲ ਹੈ ਕਿ ਸਾਡੇ ਆਪਦੇ ਘਰ ਦੇ ਸਾਨੂੰ ਦਬਾਉਣਾ ਚਾਹੁੰਦੇ ਆ, ਘਰ ਦੇ ਮਾਰਨਾ ਚਾਹੁੰਦੇ ਆ। ਉਹ ਯੂਥ ਜਾਗਿਆ। ਤੁਹਾਡਾ ਕੀ ਖਿਆਲ ਹੈ ਵੀ ਅੰਦੋਲਨ ਜਥੇਬੰਦੀਆਂ ਚਲਾਉਂਦੀਆਂ ਫਿਰਦੀਆਂ? ਇਹ ਤਾਂ ਤੁਸੀਂ ਗਏ ਹੋ ਸ਼ੰਭੂ ਬਾਰਡਰ, ਇਹ ਤਾਂ ਪਿੱਛੇ ਮੁੜਨ ਨੂੰ ਤਿਆਰ ਸੀ, ਭੱਜਣ ਨੂੰ ਤਿਆਰ ਸੀ। ਇਹ ਤਾਂ ਜਵਾਨੀ ਸੀ ਮੁੰਡਿਆਂ ਦੀ। ਜਿਸ ਮੁੰਡੇ ਜਾਗੇ, ਕਣਕਵਾਲ ਦੇ ਵਿੱਚ ਮੈਂ ਰੈਲੀ ਕੀਤੀ, 70,000 ਬੰਦਾ ਸੀ, 50,000 ਯੂਥ ਠਾਠਾ ਮਾਰਦਾ ਸੀ। ਹਾਂਜੀ, ਉਹਨਾਂ ਨੇ ਚੱਕ ਬੈਰੀਅਰ ਦਿੱਲੀ ਜਾ ਕੇ ਅੰਦੋਲਨ ਚਲਾਇਆ। ਅੱਜ ਯੂਥ ਨੂੰ ਮੈਂ ਲੈ ਕੇ ਆਊਂਗਾ ਪੋਲੀਟਿਕਸ। ਬੜੇ ਟੈਲੀਫੋਨ ਲੱਖਾਂ ਮੇਰੇ ਕੋਲ ਆ ਰਹੇ ਆ, ਮੁੰਡੇ ਆ ਰਹੇ ਆ। ਮੈਂ ਕਿਹਾ, ਉਹ ਕਹਿੰਦੇ ਬਾਈ ਜੀ ਤੂੰ ਅੱਗੇ ਚੱਲ। ਮੈਂ ਕਿਹਾ ਨਹੀਂ, ਤੁਹਾਨੂੰ ਅੱਗੇ ਤੋਰਨਾ, ਤੁਹਾਡੇ ਵਰਗੇ ਲੀਡਰ ਬਣਾਉਣਾ, ਇਹਦੇ ਵਰਗੇ ਲੀਡਰ ਬਣਾਉਣਾ। ਚੰਗੀਆਂ ਤਕੜੀਆਂ ਜਿਹੜੀਆਂ ਸਾਡੀਆਂ ਕੁੜੀਆਂ ਨੇ ਉਹਨਾਂ ਨੂੰ ਲੀਡਰ ਬਣਾਉਣਾ ਹੈ, ਸਾਡੀਆਂ ਮਾਵਾਂ ਧੀਆਂ ਨੂੰ ਉਹਨਾਂ ਲੀਡਰਸ਼ਿਪ 'ਚ ਲੈ ਕੇ ਆਉਣਾ, ਉਹਨਾਂ ਨੂੰ ਅੱਗੇ ਤੋਰਨਾ। ਇਹ ਹੋਕਾ ਮੈਂ ਲਾਇਆ। ਮਹਾਰਾਜ ਸੁੱਖ ਰੱਖੇ, ਇਹ ਵੀ ਗੁਰੂ ਕਰਾ ਰਿਹਾ। ਤੇ ਤੁਸੀਂ ਦੇਖਿਆ ਥੋੜ੍ਹੀ ਚੇਂਜ ਹੋਣ ਲੱਗ ਗਈ ਹੈ। ਜਥੇਬੰਦੀ ਨੂੰ ਬੜੀ ਤਕਲੀਫ ਹੋਣ ਲੱਗ ਗਈ ਹੈ। ਯੋਗਰਾਜ ਸਿੰਘ ਰੜਕਣ ਲੱਗ ਗਿਆ। ਮੈਂ ਚਾਹੁੰਦਾ ਮੈਂ ਰੜਕਾਂ, ਕਿਉਂਕਿ ਜਿਹੜਾ ਝੂਠਾ ਹੋਊਗਾ ਉਹਦੇ ਹੀ ਮੈਂ ਰੜਕੂੰਗਾ। ਮੈਂ ਸਿਧਾਣੇ ਦੀ ਗੱਲ ਸ਼ੁਰੂ ਕੀਤੀ। ਮੈਂ ਲੱਖੇ ਬਾਰੇ ਕੀ ਮਾੜਾ ਕਹਿਤਾ? ਉਸ ਮੁੰਡੇ ਨੇ ਇੰਨਾ ਕੁਛ ਕੀਤਾ, ਇੰਨਾ ਉਹਨੇ ਜਾ ਕੇ ਤੇ ਸ਼ੰਭੂ ਬਾਰਡਰ ਬੋਲ ਕੇ ਦਿੱਲੀ ਬਾਰਡਰ ਲੈ ਕੇ, ਉਹਦਾ ਕੀ ਕਸੂਰ ਹੈ? ਮੈਂ ਤਾਂ ਲਿਆ ਕੇ ਲੀਡਰ ਬਣਾਉਣਾ। ਮੈਂ ਤਾਂ ਜਿਹੜੇ ਮੁੰਡੇ ਆ ਘੁੱਗੀ ਵਰਗੇ,
ਆਪਣੇ ਕਰਵਰ ਗਰੇਵਾਲ ਵਰਗੇ, ਆਪਣੇ ਬੱਬੂ ਮਾਨ ਵਰਗੇ ਹੈ ਜੀ, ਇਹ ਲੈ ਕੇ ਆਉਣੇ ਨੇ। ਇਹਨਾਂ ਨੂੰ ਇਲੈਕਸ਼ਨਾਂ ਲੜਾ ਕੇ ਇਹਨਾਂ ਨੂੰ ਲੀਡਰ ਬਣਾਉਣਾ ਹੈ, ਤਾਂ ਕਿ ਇਹ ਲੋਕ ਜਿਹੜੇ ਹੈ ਕਦੇ ਵੀ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਰਨਗੇ। ਤੇ ਕਸਮ ਖਾਣੀ ਹੈ ਹਰਿਮੰਦਰ ਸਾਹਿਬ ਲਿਜਾ ਕੇ, ਕਸਮ ਖਾਣੀ ਹੈ ਦੁਰਗਾਨਾ ਮੰਦਿਰ 'ਚ ਲਿਜਾ ਕੇ, ਕਸਮ ਖਾਣੀ ਹੈ ਰਾਮ ਤੀਰਥ ਜੀ ਤੇ ਲਿਜਾ ਕੇ, ਕਸਮ ਖਾਣੀ ਹੈ ਬਾਬਾ ਬੁੱਢਾ ਜੀ ਤੇ, ਕਿ ਜੇ ਤੁਸੀਂ ਪੰਜਾਬ ਦੀ ਧਰਤੀ ਨਾਲ, ਪੰਜਾਬ ਦੇ ਲੋਕਾਂ ਨਾਲ ਬੇਈਮਾਨੀ ਕੱਲ੍ਹ ਨੂੰ ਕਰੋਗੇ, ਅੱਜ ਤੁਹਾਨੂੰ ਗੁਰੂ ਸੱਤਾ ਦੇਣ ਲੱਗਿਆ, ਕੁਰਸੀ ਦੇਣ ਲੱਗਿਆ, ਤੇ ਤੁਸੀਂ ਫਿਰ ਤੁਹਾਡੇ ਸਿਰ ਵੱਢ ਕੇ ਉੱਥੇ ਟੰਗ ਦਿਆਂਗੇ ਨੇਜਿਆਂ ਤੇ। ਠੀਕ ਹੈ, ਮੈਂ ਤਾਂ ਇਹ ਕਰਨਾ ਚਾਹੁੰਦਾ। ਮੇਰਾ ਇੱਕੋ ਹੀ ਕੰਮ ਰਹਿ ਗਿਆ, ਗੁਰੂ ਮਹਾਰਾਜ ਨੇ ਹੁਕਮ ਦਿੱਤਾ ਵੀ ਹੁਣ ਹੋਕਾ ਦੇ ਕੇ ਇੱਕ ਵਾਰੀ ਸਾਰੀ ਦੁਨੀਆ ਖੜੀ ਕਰਕੇ ਤੇ ਉਹ ਬਣਾਉਣਾ ਗੁਰੂ ਨੇ ਹੁਕਮ ਉਹਦਾ, ਮੈਂ ਤਾਂ ਉਹਦਾ ਨੌਕਰ ਹਾਂ, ਲੇਕਿਨ ਉਹ ਹੁਕਮ ਮੈਂ ਦਿੰਦੇ ਰਹਿਣਾ। ਮੈਂ ਕਿਹਾ ਸੀ, ਮੈਂ ਕਿਹਾ ਮੈਨੂੰ ਰੋਕਣਾ ਨਾ ਤੇ ਮੇਰੇ ਸਿਰ 'ਚ ਗੋਲੀ ਮਾਰੋ। ਮੈਂ ਜਥੇਬੰਦੀਆਂ ਨੂੰ ਵੀ ਕਹਿਣਾ, ਯੋਗਰਾਜ ਸਿੰਘ ਤੁਹਾਨੂੰ ਭੈੜਾ ਲੱਗਦਾ, ਮੈਨੂੰ ਮਰਵਾ ਦਿਓ। ਜੇ ਮੈਂ ਜਿਉਂਦਾ ਰਿਹਾ ਤੇ ਫਿਰ ਤੁਹਾਨੂੰ ਇਹ ਦੱਸ ਦੇਣਾ, ਸੱਚ ਦੀ ਆਵਾਜ਼ ਐਡੀ ਬੁਲੰਦ ਹੋ ਜਾਊਗੀ ਜਿੱਥੇ ਤੁਹਾਡੇ ਲੋਕਾਂ ਦੀ ਜਗ੍ਹਾ ਨਹੀਂ ਹੋਣੀ। ਹਾਂ, ਤੁਸੀਂ ਸਾਡੇ ਨਾਲ ਤੁਰੋ, ਤੁਸੀਂ ਸਾਡੇ ਆਗੂ ਹੋ, ਮੈਂ ਤੁਹਾਡੇ ਪੈਰੀ ਪਹਿਲਾਂ ਤੁਹਾਡੇ ਹੱਥ ਜੋੜਦਾ ਕਿ ਤੁਸੀਂ ਸੱਤਾ ਨੂੰ ਸੰਭਾਲੋ, ਪੰਜਾਬ ਨੂੰ ਸੰਭਾਲੋ, ਪੰਜਾਬ ਦੇ ਲੋਕਾਂ ਨੂੰ ਸੰਭਾਲੋ, ਤਾਕਤ ਆਪਣੇ ਹੱਥ 'ਚ ਲਾਓ, ਤਾਂ ਕਿ ਆਉਣ ਵਾਲਾ ਸਮਾਂ ਇੱਕ ਨਵਾਂ ਸੂਰਜ ਚੜ੍ਹਾ ਕੇ ਲੈ ਕੇ ਆਵੇ। ਤੇ ਦੱਸੋ ਮੈਂ ਕੀ ਗਲਤ ਕਿਹਾ? ਬਿਲਕੁਲ ਜੀ। ਤੁਸੀਂ ਨਹੀਂ ਸਿਆਸਤ ਕਰਨਾ ਚਾਹੁੰਦੇ ਤੇ ਫਿਰ ਦੁੱਖ ਜ਼ਿਮੀਂਦਾਰਾਂ ਦਾ ਜਾਂ ਸਾਡੇ ਵਰਗ ਦੇ ਲੋਕਾਂ ਦਾ ਜਾਂ ਸਾਡੇ ਜਿਹੜੇ ਦੂਜੇ ਕਿਸਾਨ ਲੋਕ ਨੇ, ਇਹਨਾਂ ਦਾ ਕੌਣ ਭਲਾ ਕਰੂਗਾ? ਮੈਂ ਉਹੀ ਗੱਲ ਥੋੜਾ ਕੁਐਸਚਨ ਐਡ ਆਨ ਕਰ ਰਿਹਾ ਵੀ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਕੀ ਸਭ ਕੁਝ ਠੀਕ ਹੋ ਜਾਊਗਾ ਜੀ? ਮੈਂ ਤਾਂ ਕਿਹਾ ਜੀ ਤੁਹਾਨੂੰ, ਹੁਣੇ ਪੁੱਛਿਆ, ਸਵਾਲ ਪੁੱਛਿਆ, ਇਹਦਾ ਹੱਲ ਕੀ ਹੈ? ਅੱਜ ਚੀਫ ਮਿਨਿਸਟਰ ਸਾਡਾ ਅਮਰਿੰਦਰ ਸਿੰਘ, ਉਹਦੇ ਕੋਲ ਸਾਰਾ ਕੁਝ ਹੈ। ਉਹ ਚਾਹੇ ਪੰਜਾਬ 'ਚ ਅੱਗ ਲਾ ਦੇ, ਪੰਜਾਬ ਜੀ ਦੀ ਬਦਲੀ ਮਰਜ਼ੀ ਕਰਾ ਦੇ, ਜਿਹਨੂੰ ਮਰਜ਼ੀ ਸੁੱਟ ਦੇ, ਜਿਹਨੇ ਮਰਜ਼ੀ ਮਰਵਾ ਦੇਵੇ, ਕਿਉਂਕਿ ਤਾਕਤ ਹੈ। ਤੇ ਜੇ ਤੁਸੀਂ ਸੀਐਮ ਬਣੋਗੇ, ਆਪਣਾ ਲੀਡਰ ਚੂਜ਼ ਕਰੋ ਜਿਹੜਾ ਥੋੜਾ ਸੀਐਮ ਬਣਨ ਦੇ ਕਾਬਿਲ ਹੈ, ਉਹਨੂੰ ਜੇ ਲਿਆ ਕੇ ਅੱਗੇ ਲੈ ਕੇ ਆਓਗੇ ਤਾਂ ਤੁਸੀਂ ਆਪ ਐਮਐਲਏ ਮੰਤਰੀ ਬਣੋਗੇ, ਤਾਂ ਫਿਰ ਤੁਹਾਡੇ ਜਿਹੜਾ ਬੇਈਮਾਨੀ ਕਰੂਗਾ ਨਾ, ਉਹਦਾ ਸਿਰ ਫਿਰ ਵੱਢ ਕੇ ਸਿੱਟਦੇ ਕਰਾਂਗੇ। ਇਹ ਜਿੱਦਾਂ ਤੁਸੀਂ ਵੀ ਜੀ ਬਹੁਤ। ਤੇ ਜਦ ਤੱਕ ਤੁਸੀਂ ਇਹ ਨਹੀਂ ਬਣਾਓਗੇ, ਤੁਸੀਂ ਦੱਸੋ ਵੀ ਮੈਨੂੰ ਵਿਕਾਸ ਕਿਵੇਂ ਕਰੋਗੇ, ਲੋਕਾਂ ਦੇ ਦਰਦ ਕਿਵੇਂ ਦੂਰ ਕਰੋਗੇ? ਬੋਲੋ। ਇਹ ਜਦੋਂ ਅਸੀਂ ਨਾ ਦੇਖਦੇ ਹਾਂ, ਅਸੀਂ ਗੱਲਬਾਤ ਵੀ ਕਰਦੇ ਹਾਂ, ਚਲੋ ਮੈਂ ਉਹ ਪੋਲੀਟੀਕਲ ਅਸੀਂ ਇੰਡੀ ਨੌਲੇਜ ਨਹੀਂ ਰੱਖਦੇ, ਫਿਰ ਵੀ ਮੈਂ ਕਹਿਣਾ ਚਾਹੁੰਦਾ ਵੀ ਨਵਜੋਤ ਸਿੰਘ ਸਿੱਧੂ ਦਾ ਇੱਕ ਚਿਹਰਾ ਨਾ ਸਾਹਮਣੇ ਆਉਂਦਾ ਹਰ ਇੱਕ ਬੰਦੇ ਨੂੰ, ਜਦੋਂ ਉਹਨੇ ਇਲੈਕਸ਼ਨ ਜਿੱਤੇ ਆ, ਚਾਹੇ ਪਹਿਲਾਂ ਸਪੋਰਟਸਮੈਨ ਵੀ ਰਹੇ ਆ, ਫਿਰ ਕਮੈਂਟੇਟਰ ਵੀ ਰਹੇ ਆ ਕਾਫੀ। ਤੁਸੀਂ ਵੀ ਉਹਨਾਂ ਨਾਲ ਲਾਸਟ ਮੁਲਾਕਾਤ ਕੀਤੀ, ਵੀ ਤੁਹਾਨੂੰ ਵੀ ਲੱਗਦਾ ਵੀ ਉਹ ਚਿਹਰਾ ਕਿਤੇ ਨਾ ਕਿਤੇ ਜੇ ਪੰਜਾਬ 'ਚ ਆ ਜਾਵੇ ਤਾਂ? ਮੇਰੀ ਮੁਲਾਕਾਤ ਤੇ ਗੱਲਬਾਤ ਰੋਜ਼ ਹੀ ਹੁੰਦੀ, ਮੇਰਾ ਪੁੱਤ ਹੈ ਉਹ, ਜਿਹੋ ਜਿਹਾ ਯੂ ਵੀ ਇਹੋ ਜਿਹਾ। ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਜੀ, ਮੇਰੇ ਪੁੱਤਰਾ, ਤੁਸੀਂ ਸਾਰਾ ਪੰਜਾਬ ਗਾਇਆ, ਅੰਦੋਲਨ ਗਾਇਆ, ਕੀ ਮੈਂ ਝੂਠ ਕਹਿਣਾ ਵੀ 95% ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਲੀਡਰ ਚਾਹੁੰਦੇ ਆ? ਮੈਂ ਠੀਕ ਕਹਿਣਾ? ਬਿਲਕੁਲ ਠੀਕ ਕਹਿੰਦੇ, ਵੀ ਚਾਹੁੰਦੇ? ਬਿਲਕੁਲ ਜੀ। ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਲਿਆਉਣਾ ਹੈ ਤਾਂ ਫਿਰ ਪੰਜਾਬ ਵਾਲਿਓ ਜਾ ਕੇ ਉਹਦੇ ਘਰੇ ਉਹਨੂੰ ਚੱਕ ਕੇ ਲਿਆਓ, ਨਹੀਂ ਤੁਰਦਾ ਉਹਨੂੰ ਸਿੱਟ ਲਓ ਗੱਡੀ 'ਚ। 10 ਲੱਖ ਬੰਦਾ ਜਾਓ, ਜਾ ਕੇ ਹਰਿਮੰਦਰ ਸਾਹਿਬ ਖੜਾ ਕਰ ਦਿਓ, ਦੁਰਗਾਣਾ ਮੰਦਿਰ ਦੇ ਖੜਾ ਕਰ ਦਿਓ, ਰਾਮ ਤੀਰਥ ਜੀ ਦੇ ਖੜਾ ਕਰ ਦਿਓ, ਖੜਾ ਕਰ ਦਿਓ ਬਾਬਾ ਬੁੱਢਾ ਜੀ ਦੇ, ਕਿ ਇੱਥੇ ਕਸਮ ਖਾ, ਅਸੀਂ ਤੇਰੇ ਨਾਲ ਸਹੁੰ ਖਾਂਦੇ, ਤੇਰੇ ਨਾਲ ਚੱਲਾਂਗੇ, ਤੂੰ ਕਸਮ ਖਾ, ਜੇ ਤੂੰ ਕੱਲ੍ਹ ਨੂੰ ਸਾਡੇ ਨਾਲ ਗੱਦਾਰੀ ਕਰੇ, ਸਾਡੇ ਨਾਲ ਨਾ ਖੜਾ ਹੋਵੇ ਜ਼ਿਮੀਂਦਾਰ ਤੇ ਵਰਗ ਦੇ ਲੋਕਾਂ ਨਾਲ ਜਾਂ ਕਿਸਾਨਾਂ ਨਾਲ, ਇਹ ਫਿਰ ਤੈਨੂੰ ਅਸੀਂ ਸਜ਼ਾ ਦੇਵਾਂਗੇ, ਗੁਰੂ ਘਰ ਤੈਨੂੰ ਸਜ਼ਾ ਦੇਊਗਾ। ਇਹ ਮੈਂ ਉਹੀ ਕਹਿੰਦਾ ਵੀ ਮੇਰੀ ਗੱਲ ਸੁਣੀ, ਇਹ ਸਾਰਿਆਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਲਿਆਉਣਾ ਪੈਣਾ। ਦੇਖੋ, ਜਦ ਆਪਦੇ ਪਿਓ ਨੂੰ ਜਾਂ ਜਿਹੜਾ ਬੰਦਾ ਤੁਹਾਨੂੰ ਚਾਹੀਦਾ ਹੁੰਦਾ, ਉਹਨੂੰ ਜਾ ਕੇ ਲਿਆਈਦਾ ਕਿ ਤੁਹਾਡੇ ਕੋਲ ਚੱਲ ਕੇ ਆਵੇ। ਤੁਸੀਂ ਜਾਓ, ਸਾਰੀ ਪ੍ਰੈਸ ਨਾਲ ਲੈ ਜਾਓ, ਚੱਕ ਕੇ ਲਿਆਓ, ਉਹ ਜਲਿਆਂਵਾਲਾ ਬਾਗ ਖੜਾ ਕਰ ਦਿਓ, ਕਿਤੇ ਲੁਧਿਆਣੇ ਖੜਾ ਕਰ ਦਿਓ, ਪਟਿਆਲੇ ਖੜਾ ਕਰ ਦਿਓ, ਕਿਤੇ ਆ ਜਾ ਬਈ, ਉਹ 10 ਲੱਖ ਬੰਦਾ ਤੈਨੂੰ ਲੈਣ ਆਇਆ, ਲੈ ਗੱਲ ਕਰ, ਸਾਰੇ ਪੰਜਾਬ ਦੀ ਆਵਾਜ਼ ਅਸੀਂ। ਮੈਂ ਇਹ ਕਹਿੰਦਾ ਵੀ 23 ਸਾਲ ਦੀ ਉਮਰ ਵਿੱਚ ਮੈਂ ਵੀ ਆਲਵੇਜ਼ ਇਹੀ ਗੱਲ ਸੁਣੀ ਆ ਜੀ, ਸਰਕਾਰਾਂ ਮਾੜੀਆਂ, ਸਰਕਾਰਾਂ ਮਾੜੀਆਂ। ਸਰਕਾਰਾਂ ਬਣਾਈਆਂ ਤਾਂ ਲੋਕਾਂ ਵੱਲੋਂ ਹੀ ਜਾਂਦੀਆਂ, ਫਿਰ ਕਿਤੇ ਨਾ ਕਿਤੇ ਲੋਕ ਵੀ ਤਾਂ ਕਸੂਰਵਾਰ ਹੈ ਜੀ। ਸਰਕਾਰਾਂ ਮਾੜੀਆਂ ਉਦੋਂ ਬਣਦੀਆਂ ਨੇ ਜਦ ਤੁਸੀਂ ਗਲਤ ਬੰਦਿਆਂ ਨੂੰ ਵੋਟ ਪਾ ਕੇ ਆਪਣੇ ਤਖਤੋਂ ਤਾਜ 'ਤੇ ਬਿਠਾਉਂਦੇ ਹੋ। ਕੁੱਤਾ ਰਾਜ ਬਹਾਲੀਏ, ਫਿਰ ਚੱਕੀ ਚੱਟੇ, ਆਪਣੀ ਜੜ ਆਪ ਹੀ ਪੱਟੇ। ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿ ਰਹੀ ਹੈ, ਠੀਕ ਹੈ ਜੀ। ਤੁਹਾਨੂੰ ਇਹੀ ਨਹੀਂ ਪਤਾ ਵੀ ਇਹ ਕੁੱਤਾ ਹੈ ਕਿ ਇਹ ਸ਼ੇਰ ਹੈ ਕਿ ਬੱਕਰੀ ਹੈ, ਇਹ ਲੇਲਾ ਹੈ। ਇੱਕ ਬੰਦਾ ਨਾ ਲੇਲਾ ਖਰੀਦ ਲਿਆ, ਉਹਨੂੰ ਇੱਕ ਬੰਦਾ ਕਹਿੰਦਾ ਆਹ ਕੁੱਤਾ ਕਿੱਥੋਂ ਲਈ ਫਿਰਦਾ? ਕਹਿੰਦਾ ਸਾਲਿਆ ਲੇਲਾ ਹੈ, ਕੁੱਤਾ ਕੀ? ਦੂਜਾ ਬੰਦੇ ਨੇ ਫਿਰ ਕਿਹਾ ਆਹ ਕੁੱਤਾ ਕਿੱਥੋਂ ਲਿਆਂਦਾ? ਉਹਨੇ ਇੱਕ ਵਾਰੀ ਤਾਂ ਲੇਲੇ ਵੱਲ ਦੇਖਿਆ ਵੀ ਸਾਲਾ ਕਿਤੇ ਗਲਤ ਤਾਂ ਨਹੀਂ ਕੰਮ ਆ ਗਿਆ। ਉਹ ਕਹਿੰਦਾ ਲੇਲਾ ਯਾਰ, ਕਹਿੰਦਾ ਨਹੀਂ ਕੁੱਤਾ ਹੈ। ਚੌਥੇ ਨੇ ਫਿਰ ਕਿਹਾ ਕੁੱਤਾ, ਪੰਜਵੇਂ ਨੇ ਫਿਰ ਕਿਹਾ ਕੁੱਤਾ। ਉਹਨੇ ਮਾਰਿਆ ਚਲਾ ਕੇ ਲੇਲਾ, ਕਹਿੰਦਾ ਸਾਲਾ ਤੂੰ ਵਾਕਈ ਕੁੱਤਾ। ਇਹ ਇੱਕ ਚੀਜ਼ ਨੂੰ ਝੂਠ ਬੋਲ ਕੇ 100 ਵਾਰ ਝੂਠ ਨੂੰ ਬੋਲੋ ਸੱਚ ਲੱਗਦਾ। ਇਹ ਬੰਦਾ ਜਦ ਰਾਜੋ ਤਪਕ ਤੇ ਬੈਠਦਾ ਨਾ ਤਖਤ ਤੇ,
ਰੱਬ ਨੂੰ 2 ਵਾਰੀ ਸੋਝੀ ਦਿੰਦਾ ਹੈ, ਜਾਂ ਫਕੀਰ ਬਣ ਜਾ ਜਾਂ ਲੁਟੇਰਾ ਬਣ ਜਾ ਜਾਂ ਨਰਕ ਦੇਖ ਲਾ। ਸੋ ਇਹਨਾਂ ਨਾਲ ਕੀ ਹੋਇਆ ਕਿ ਜਦ ਵੀ ਤੁਸੀਂ ਲੀਡਰਸ਼ਿਪ ਲਈ ਹੈ, ਪਿਓ CM ਪੁੱਤਰ CM, ਨੂੰ CM ਪੋਤਰਾ CM, ਫਲਾਨਾ ਮੰਤਰੀ ਧਮਕਾ ਵੇ ਤਾਂ ਠੇਕਾ ਲਿਆ ਤੁਸੀਂ 2 ਵਾਰੀ ਇਲੈਕਸ਼ਨ ਲੜਾਓ, ਪੈਕਅਪ ਉਹ ਖਾਨਦਾਨ ਦਾ ਕੋਈ ਬੰਦਾ ਜਿੱਦਾਂ ਅਮਰੀਕਾ 'ਚ ਨਹੀਂ ਲੜ ਸਕਦਾ, ਠੀਕ ਹੈ, ਨਵੇਂ ਬੰਦੇ ਲਿਆਓ। ਸੋ ਜਦ ਤੁਸੀਂ ਇਹ ਰੋਟੇਸ਼ਨ 'ਚ ਨਵੀਂ ਪਾਲਿਸੀ ਰੱਖੋਗੇ ਕਦੇ ਵੀ ਬੰਦਾ ਵਿਗੜੂਗਾ ਨਹੀਂ। ਬੰਦਾ ਉਦੋਂ ਵਿਗੜਦਾ ਜਦੋਂ ਉਹਦਾ ਰਾਜ ਲੰਬਾ ਹੋ ਜਾਂਦਾ, ਜਿੱਦਾਂ ਔਰੰਗਜ਼ੇਬ ਦਾ ਰਾਜ ਲੰਬਾ ਹੋ ਗਿਆ ਸੀ। ਲੇਕਿਨ ਵਿਗੜਨ ਵਾਲੇ ਮਹਾਰਾਜਾ ਰਣਜੀਤ ਸਿੰਘ ਵਰਗੇ 40 ਸਾਲ ਰਾਜ ਕਰ ਗਏ, ਜਿੱਥੇ ਉਸ ਰਾਜ ਦੇ ਵਿੱਚ ਦੁੱਧ ਦੀਆਂ ਨਦੀਆਂ ਵਹਿੰਦੀਆਂ ਸੀ। ਅੱਜ ਵੀ ਉਹਦੀ ਗੱਲ ਸਾਰੀ ਦੁਨੀਆ ਕਰਦੀ ਹੈ ਜੀ। ਤੇ ਲਾਸਟ ਦੇ ਵਿੱਚ ਮੈਂ ਜੋਗਰਾਜ ਸਿੰਘ ਜੀ ਨੂੰ ਇਹੀ ਕੁਐਸਚਨ ਪੁੱਛਣਾ ਚਾਹੁੰਦਾ, ਆਖਰੀ ਸਵਾਲ ਇਹ ਆ ਵੀ ਇੰਨੀ ਜ਼ਿੰਦਗੀ ਦੇ ਵਿੱਚ ਜੋਗਰਾਜ ਸਿੰਘ ਉਹਨਾਂ ਨੂੰ ਕੀ ਲੱਗਦਾ ਵੀ ਕੀ ਪਾਇਆ ਤੇ ਕੀ ਗਵਾਇਆ? ਮੈਂ ਤਾਂ ਜੀ ਉਸ ਮਾਲਕ ਦਾ ਕੋਟਨ ਕੋਟ ਧੰਨਵਾਦ ਕਰਦਾ, ਉਸ ਗੁਰੂ ਘਰ ਦਾ ਧੰਨਵਾਦ ਕਰਦਾ, ਉਸ ਨਿਰਾਕਾਰ ਦਾ ਧੰਨਵਾਦ ਕਰਦਾ, ਰਿਸ਼ੀਆਂ ਮੁਨੀਆਂ ਦਾ ਧੰਨਵਾਦ ਕਰਦਾ ਕਿ ਮੈਨੂੰ ਆਪਣੀ ਔਕਾਤ ਤੋਂ ਜ਼ਿਆਦਾ ਵਾਹਿਗੁਰੂ ਤੂੰ ਦਿੱਤਾ ਹੈ ਤੇ ਮੈਂ ਤੇਰਾ ਹਰ ਸਵਾਸੋ ਸਵਾਸ ਸ਼ੁਕਰਾਨਾ ਕਰਾਂ ਉਹ ਵੀ ਥੋੜ੍ਹਾ। ਬਸ ਮੇਰੇ ਸਿਰ 'ਤੇ ਹੱਥ ਰੱਖੀ, ਜਦ ਮੈਂ ਤੇਰੇ ਚਰਨਾਂ 'ਚ ਆਵਾਂ ਤੇ ਮੈਂ ਸੁਰਖਰੂ ਹੋ ਜਾ, ਤੇ ਤੂੰ ਮੈਨੂੰ ਅੱਖੀਂ ਜੱਫੀ ਪਾ ਕੇ ਸ਼ਾਬਾਸ਼ ਪੁੱਤਰਾ, ਤੂੰ ਕੌਮ ਨਾਲ ਮੇਰੀ ਕਾਇਨਾਤ ਨਾਲ ਪਿਆਰ ਕਰਕੇ ਆਇਆ, ਆ ਜਾ ਮੇਰੇ ਕੋਲ ਬਹਿ ਜਾ, ਅੱਜ ਤੋਂ ਬਾਅਦ ਤੇਰਾ ਜਨਮ ਮਰਨ ਖਤਮ ਹੋਇਆ। ਮੈਂ ਤਾਂ ਜੀ ਬਸ ਮੇਰੀ ਆਹੀ ਵਿਸ਼ ਹੈ, ਗੁਰੂ ਦਾ ਹੁਕਮ ਵਜਾਉਂਦਾ ਹੋਇਆ ਉਹਨਾਂ ਨੇ ਕਰਾਉਣਾ, ਸ਼ਕਤੀ ਉਹਨਾਂ ਨੂੰ ਦੇਣੀ ਹੈ। ਮੈਂ ਕੁਛ ਇਹੋ ਜਿਹਾ ਕਰ ਜਾ, ਆ ਲਾਸਟ ਪੜਾਅ ਮੇਰਾ ਜ਼ਿੰਦਗੀ ਦਾ, ਜਿੱਥੇ ਲੋਕ ਕਹਿਣ ਵੀ ਹਾਂ ਕੋਈ ਆਇਆ ਸੀ ਤੇ ਐਸਾ ਰਾਜ ਸਥਾਪਿਤ ਕਰਵਾ ਗਿਆ ਕਿ ਅੱਜ ਸਾਨੂੰ ਹਰੀ ਸਿੰਘ ਨਲੂਏ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਆਉਂਦੀ ਹੈ। ਬਸ ਇੰਨੀ ਗੱਲ ਹੈ ਜੀ। ਤੇ ਜੋਗਰਾਜ ਸਰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਸਾਰਾ ਯੂਥ ਸਾਰੀ ਦੁਨੀਆ ਤੁਹਾਡੇ ਨਾਲ ਆ, ਤੁਹਾਨੂੰ ਪਿਆਰ ਕਰਦੇ ਆ। ਜਿਸ ਰਾਹ ਵੱਲ ਤੁਸੀਂ ਤੁਰੇ ਹੋ, ਅਸੀਂ ਵੀ ਰੱਬ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਰਲ ਮਿਲ ਕੇ ਆਪਾਂ ਇਹ ਕਾਰਜ ਸੁਹੇਲੜੇ ਕਰ ਸਕੀਏ ਤੇ ਇੱਕ ਨਵੇਂ ਪੰਜਾਬ ਨੂੰ ਸਿਰਜ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਕਮੈਂਟਸ ਕਰਕੇ ਜ਼ਰੂਰ ਦੱਸਣਾ। ਦੇਖਦੇ ਰਹੋ PB 37 ਮੀਡੀਆ।